ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਡੋਰ ਰਹੀ ਲਿਵਲਾਈ ਉਨਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨ ਪਉ ਇੱਕ ਦੇਖਿਆ ਰਾਮ ਨਾਮ ਲਿਵ ਲਾਗੀ। ਇਹਨੂੰ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਉ। ਇਹ ਸਾਨੂੰ ਪਤਾ ਹੈ ਵੀ ਜਦੋਂ ਤੱਕ ਮੈਂ ਹਰੀ ਨਾਮ ਉਚਾਰਨਾ ਵਾ ਉਦੋਂ ਤੱਕ ਆਤਮਿਕ ਜ਼ਿੰਦਗੀ ਦੀ ਰੌਂ ਚੱਲਦੀ ਰਹਿੰਦੀ ਹੈ। ਵਿਸਰੈ ਜਦੋਂ ਵਿਸਰਦਾ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਫਿਰ ਵੀ ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀ ਹੈ ਦੁਖ। ਇਹ ਜਿਹੜਾ ਸੱਚਾ ਨਾਮ ਹੈ ਸਦਾ ਥਿਰ ਅਕਾਲ ਪੁਰਖ ਦਾ ਨਾਮ ਹੈ ਜਿਨ੍ਹਾਂ ਦੇ ਅੰਦਰ ਇਹਦੀ ਤਾਂਘ ਪੈਦਾ ਹੁੰਦੀ ਹੈ। ਦੇਖੋ ਸਰੀਰਕ ਖੁਰਾਕ ਦੀ ਜਿਹੜੀ ਅਸੀਂ ਗੱਲ ਕਰਨੇ ਆ ਸਾਨੂੰ ਭੁੱਖ ਨਾ ਲੱਗੇ ਅਸੀਂ ਵੈਦ ਕੋਲ ਜਾਂਦੇ ਆ ਡਾਕਟਰ ਕੋਲ ਜਾਂਦੇ ਆ ਡਾਕਟਰ ਸਾਹਿਬ ਮੈਨੂੰ ਭੁੱਖ ਨਹੀਂ ਲੱਗਦੀ। ਉਹ ਫਿਰ ਔਸ਼ਧੀ ਦਿੰਦਾ ਉਹ ਦੱਸਦਾ ਵੀ ਤੈਨੂੰ ਪਿੱਤ ਹੈ ਵਾਤ ਹੈ ਕਫ ਹੈ। ਬਿਮਾਰੀ ਦੇ 4 ਮੇਨ ਕਾਰਨ ਨੇ ਜਿਹੜੇ ਸਾਡੇ ਆਯੁਰਵੈਦ ਨੇ ਦੱਸੇ ਨੇ ਅੱਜ ਵੀ ਉਹੀ ਨੇ। ਫਿਰ ਉਹ ਉਹਦਾ ਇਲਾਜ ਕਰਦਾ। ਵਿਅਕਤੀ ਨੂੰ ਭੁੱਖ ਨਾ ਲੱਗੇ ਇਹ ਵੀ ਇੱਕ ਬਿਮਾਰੀ ਹੈ। ਖਾਏਗਾ ਨਹੀਂ ਤੇ ਜੀਏਗਾ ਕਿਸ ਤਰ੍ਹਾਂ। ਆਤਮਿਕ ਪੱਖ ਤੋਂ ਇਸ ਪਹਿਲੂ ਤੋਂ ਸਪਿਰਿਚੁਅਲ ਐਂਗਲ ਤੋਂ ਵੀ ਜੇ ਬਾਣੀ ਦੀ ਭੁੱਖ ਨਹੀਂ ਲੱਗਦੀ ਸਿਮਰਨ ਦੀ ਭੁੱਖ ਨਹੀਂ ਲੱਗਦੀ ਤੇ ਮੈਨੂੰ ਖਿਮਾ ਕਰਨਾ ਫਿਰ ਅਸੀਂ ਰੂਹਾਨੀ ਪੱਖੋਂ ਬਿਮਾਰ ਹੋ ਸਕਨੇ ਆ। ਹੋ ਸਕਦਾ ਹੈ ਅਸੀਂ ਰੋਗੀ ਹੋਈਏ। ਜਦੋਂ ਸੱਚੇ ਪਾਤਸ਼ਾਹ ਕਹਿੰਦੇ ਜੋ ਜੋ ਦੀਸੈ ਸੋ ਸੋ ਉਹ ਕਿਹੜੇ ਰੋਗ ਦੀ ਗੱਲ ਕਰਦੇ ਨੇ? ਉਹ ਇਸੇ ਰੋਗ ਦੀ ਗੱਲ ਕਰਦੇ ਨੇ ਆਤਮਿਕ ਰੋਗ ਨੇ। ਔਰ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਰੋਗੀ ਬੰਦੇ ਨੂੰ ਭੁੱਖ ਨਹੀਂ ਲੱਗਦੀ ਸਰੀਰਕ ਪੱਖੋਂ ਰੋਗੀ ਦਾ ਰੋਟੀ ਖਾਣ ਤੇ ਦਿਲ ਨਹੀਂ ਕਰਦਾ ਔਰ ਆਤਮਿਕ ਪੱਖੋਂ ਬਿਮਾਰ ਜਿਹੜਾ ਉਹਦਾ ਬਾਣੀ ਪੜ੍ਹਨ ਤੇ ਦਿਲ ਨਹੀਂ ਕਰਦਾ ਉਹਦਾ ਨਾਮ ਜਪਣ ਤੇ ਦਿਲ ਨਹੀਂ ਕਰਦਾ ਉਹਦਾ ਸੰਗਤ ਵਿੱਚ ਆਉਣ ਤੇ ਵੀ ਦਿਲ ਨਹੀਂ ਕਰਦਾ। ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ। ਤੋ ਜਦੋਂ ਸੱਚੇ ਨਾਮ ਦੀ ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਤਾਂਘ ਪੈਦਾ ਹੁੰਦੀ ਹੈ। ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ। ਉਸ ਤਾਂਘ ਤਹਿਤ ਜਦੋਂ ਅਸੀਂ ਆਤਮਿਕ ਖੁਰਾਕ ਲੈਨੇ ਆ ਫਿਰ ਉਸ ਖੁਰਾਕ ਨਾਲ ਕੀ ਹੁੰਦਾ ਚੱਲੀ ਹੈ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਰਹਾਉ ਇੱਕ ਮਿੰਟ ਜੀ। ਉਹ ਸਾਰੇ ਜਿਹੜੇ ਫਿਰ ਦੁੱਖ ਨੇ ਜਿਸ ਤਰ੍ਹਾਂ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ। ਔਰ ਉਹ ਨਾਮ ਰੂਪੀ ਖੁਰਾਕ ਇਸ ਤਰ੍ਹਾਂ ਦੀ ਹੈ ਜਿਹੜੀ ਦੁੱਖਾਂ ਦਾ ਨਾਸ਼ ਕਰਦੀ ਹੈ। ਹਜ਼ੂਰ ਕਹਿੰਦੇ ਨੇ ਸਾਚੈ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚੱਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਂ। ਹੇ ਮਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਨੋ ਉਹ ਮਾਤਾ ਤ੍ਰਿਪਤਾ ਨੂੰ ਕਹਿ ਰਹੇ ਨੇ ਮਾਂ ਮੇਰੇ ਵਾਸਤੇ ਅਰਦਾਸ ਕਰ ਕਿ ਵੀ ਮੈਨੂੰ ਉਹ ਪ੍ਰਮਾਤਮਾ ਕਦੀ ਨਾ ਵਿਸਰੇ। ਕਹਿੰਦੇ ਨੇ ਇੱਕ ਦਿਨ ਦੀ ਗੱਲ ਏ ਹਜ਼ੂਰ ਸੋਤਾ ਪਿਆ ਆ ਸੰਧਿਆ ਵੇਲੇ ਸਾਰਿਆਂ ਨੇ ਪ੍ਰਸ਼ਾਦ ਛਕਿਆ ਔਰ ਪ੍ਰਸ਼ਾਦ ਛਕ ਕੇ ਆਪਣੇ ਆਪਣੇ ਆਸਨਾਂ ਤੇ ਚਲੇ ਗਏ ਆਰਾਮ ਕਰਨ ਲੱਗ ਪਏ। ਗੁਰੂ ਨਾਨਕ ਸਾਹਿਬ ਆਪਣੇ ਆਸਨ ਤੇ ਚੌਂਕੜੀ ਮਾਰ ਕੇ ਬੈਠੇ ਨੇ ਔਰ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਏਕ ਓਂਕਾਰ ਦਾ ਜਾਪ ਕਰ ਰਹੇ ਨੇ। ਔਰ ਸਮੇਂ ਦਾ ਪਹੀਆ ਚੱਲਦਾ ਚੱਲਦਾ ਰਾਤ ਦਾ ਪਹਿਲਾ ਪੈਰ ਬਸ਼ਰ ਹੋ ਗਿਆ ਦੂਜਾ ਪੈਰ ਵੀ ਲੰਘ ਗਿਆ ਤੇ ਹੁਣ ਮਾਂ ਪੁੱਤਰ ਜਾਗਦਾ ਹੋਵੇ ਤੇ ਮਾਂ ਨੂੰ ਵੀ ਨੀਂਦਰ ਨਹੀਂ ਆਉਂਦੀ ਤੇ ਮਾਂ ਨੇ ਆ ਕੇ ਪਿੱਠ ਤੇ ਹੱਥ ਰੱਖ ਕੇ ਕਿਹਾ ਸੀ ਬੇਟਾ ਬੜੀ ਰਾਤ ਹੋ ਗਈ ਏ ਔਰ ਤੈਨੂੰ ਕਈ ਘੰਟੇ ਹੋ ਗਏ ਨੇ
ਤੂੰ ਹੀ ਕੀਤੀ ਜਾ ਰਿਹਾ ਬੇਟਾ, ਹੁਣ ਤੇ ਸੌਂ ਜਾ। ਤੇ ਹਜ਼ੂਰ ਨੇ ਬੜਾ ਪਿਆਰਾ ਬਚਨ ਕਿਹਾ ਸੀ, ਮਾਂ ਮੇਰੀ ਆਵਾਜ਼ ਦੇ ਨਾਲ ਨਾਲ ਤੈਨੂੰ ਇੱਕ ਹੋਰ ਵੀ ਆਵਾਜ਼ ਸੁਣਦੀ ਹੋਵੇਗੀ। ਹਾਂ ਬੇਟਾ ਮੈਨੂੰ ਸੁਣਦੀ ਏ। ਮਾਂ ਉਹ ਕਿਹਦੀ ਆਵਾਜ਼ ਏ? ਤੇ ਮਾਂ ਕਹਿਣ ਲੱਗੀ, ਬੇਟਾ ਉਹ ਬਾਬੀਹੇ ਦੀ ਆਵਾਜ਼ ਏ। ਮਾਂ ਉਹ ਬਾਬੀਹਾ ਵੀ ਉਦੋਂ ਦਾ ਬੋਲ ਰਿਹਾ ਜਦੋਂ ਦਾ ਮੈਂ ਬੋਲ ਰਿਹਾ, ਉਹਨੇ ਅਜੇ ਬੋਲਣਾ ਬੰਦ ਨਹੀਂ ਕੀਤਾ। ਉਹ ਬਾਬੀਹਾ ਹੋ ਕੇ ਬੰਦ ਨਹੀਂ ਕਰਦਾ ਤੇ ਮੈਂ ਮਨੁੱਖ ਹੋ ਕੇ ਕਿਵੇਂ ਬੰਦ ਕਰਾਂ? ਮੈਂ ਵੀ ਬੋਲੀ ਤੁਰਿਆ ਜਾਵਾਂਗਾ। ਲਗਾਤਾਰ ਮਹਾਰਾਜ ਬੋਲੀ ਜਾ ਰਹੇ ਨੇ, ਕਿਉਂਕਿ ਉਹ ਤੇ ਆਪਣੀ ਮਾਂ ਨੂੰ ਵੀ ਇਹ ਕਹਿੰਦੇ ਨੇ ਬਈ ਮਾਂ ਮੇਰੇ ਲਈ ਅਰਦਾਸ ਕਰ, ਉਹ ਮੈਨੂੰ ਪ੍ਰਮਾਤਮਾ ਕਦੀ ਵਿਸਰੇ ਹੀ ਨਾ। ਔਰ ਮਾਵਾਂ ਤੇ ਬੜੀਆਂ ਹੋਈਆਂ ਨੇ, ਪਰ ਉਹਨਾਂ ਮਾਵਾਂ ਨੂੰ ਲੋਕ ਚੇਤਾ ਕਰਦੇ ਨੇ ਜਿਨ੍ਹਾਂ ਨੇ ਪੁੱਤਰਾਂ ਵਾਸਤੇ ਇਹ ਅਰਦਾਸਾਂ ਕੀਤੀਆਂ, ਜਿਨ੍ਹਾਂ ਨੇ ਪੁੱਤਰਾਂ ਨੂੰ ਇਹ ਅਸੀਸਾਂ ਦਿੱਤੀਆਂ। ਪੁੱਤਰ ਹੋਰ ਕੁਝ ਹੋਵੇ ਨਾ ਹੋਵੇ, ਮੇਰੀ ਇੱਕ ਅਸੀਸ ਏ, ਤੈਨੂੰ ਵਾਹਿਗੁਰੂ ਕਦੀ ਵਿਸਰੇ ਨਾ। ਪੁੱਤਾ ਮਾਤਾ ਕੀ आखो निमक न बिसरै तुमको हर हर, 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 सदा भजो जगदीश, 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 सदा भजो जगदीश। कैसी आसीस है पवर तुम्हारा ए मन होवो। जिवें कौल फुल नूं ਭੌਰਾ ਚੰਬੜ ਜਾਂਦਾ ਹੈ, ਪੁੱਤਰ ਤੇਰਾ ਮਨ ਭੌਰਾ ਬਣ ਜਾਏ, ਵਾਹਿਗੁਰੂ ਦੇ ਚਰਨ ਕੌਲ ਫੁੱਲ ਬਣ ਜਾਣ ਤੇ ਤੂੰ ਜੱਫਾ ਮਾਰ ਕੇ ਬਹਿ ਜਾਏ ਤੇ ਛੱਡੇ ਹੀ ਨਾ। ਭੌਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੈ ਚਾਤਰਿਕ ਮੌਲਾ, ਚਾਤਰਕ ਮੌਲਾ। ਪੁੱਤਾ ਮਾਤਾ ਕੀ ਅਸੀਸ ਆਸੀਸ ਔਰ ਬਰਕਤ ਕਿੰਨੀ ਹੈ। ਸ਼ਬਦ ਦੀ ਸ਼ੁਰੂਆਤ ਪਤਾ ਕਿੱਥੋਂ ਹੁੰਦੀ ਹੈ? ਜਿਸ ਸਿਮਰਤ ਸਭ ਕਿਲ ਬਿਖ ਨਾਸੈ, ਸਾਰੇ ਪਾਪਾਂ ਦਾ ਨਾਸ਼। ਇਸ ਜਨਮ ਦੇ ਨਹੀਂ, ਉਦੋਂ ਪਿਛਲੇ ਜਨਮ ਦੇ, ਉਦੋਂ ਪਿਛਲੇ ਜਨਮ ਦੇ, ਉਦੋਂ ਪਿਛਲੇ ਜਨਮ ਦੇ। ਗੁਰਮੁਖੋ ਤੁਸੀਂ ਗੁਰਦੁਆਰੇ ਆਵਿਆ ਕਰੋ, ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ। ਗਿਆਨੀ ਜੀ ਬੜੀ ਦੇਰ ਹੋ ਗਈ ਏ, ਹੁਣ ਤੇ ਅਸੀਂ ਬੜੀ ਦੂਰ ਨਿਕਲ ਗਏ, ਹੁਣ ਨਹੀਂ ਕੁਛ ਹੋ ਸਕਦਾ। ਨਹੀਂ, ਹੁਣ ਵੀ ਹੋ ਸਕਦਾ। ਸਾਰੀ ਕੋਠੀ ਦੇ ਖਿੜਕੀਆਂ ਦਰਵਾਜ਼ੇ ਬੰਦ ਕਰਕੇ, ਪਰਦੇ ਲਾ ਕੇ, ਲਾਈਟਾਂ ਆਫ ਕਰਕੇ ਅਮਰੀਕਾ ਟੁਰ ਜਾਈਏ, 10 ਸਾਲ ਬਾਅਦ ਵਾਪਸ ਆ ਕੇ ਦਰਵਾਜ਼ੇ ਖੋਲ ਕੇ ਬਿਜਲੀ ਦੇ ਸਵਿਚ ਨੂੰ ਔਨ ਕਰੀਏ ਨਾ, ਲਾਈਟ ਔਨ ਹੋ ਜਾਏ ਤੇ ਹਨੇਰਾ ਇਹ ਨਹੀਂ ਕਹਿੰਦਾ ਵੀ ਮਿੱਤਰਾ ਤੂੰ ਤੇ 10 ਸਾਲ ਅਮਰੀਕਾ ਟੁਰ ਗਿਆ, ਚਾਹੇ 10 ਸਾਲ ਤੋਂ ਮੇਰਾ ਕੋਠੀ ਤੇ ਕਬਜ਼ਾ ਹੈ, 10 ਸਾਲ ਬੱਤੀ ਜਗਾ ਮੈਂ ਫਿਰ ਬਾਹਰ ਨਿਕਲਾਂਗਾ। ਨਹੀਂ, ਲਾਈਟ ਔਨ ਕੀਤੀ, ਹਨੇਰਾ ਨਾਲ ਦੀ ਨਾਲ ਬਾਹਰ। ਸਾਰੇ ਲੁਧਿਆਣੇ ਦੀਆਂ ਲੱਕੜਾਂ ਇਕੱਠੀਆਂ ਕਰਕੇ ਦੁਸ਼ਹਿਰਾ ਗਰਾਊਂਡ 'ਚ ਇਕੱਠੀਆਂ ਕਰ ਦਈਏ ਤਾਂ ਲੱਕੜਾਂ ਇਹ ਨਹੀਂ ਕਹਿੰਦੀਆਂ ਵੀ ਹੁਣ ਇੰਨੇ ਕੋਲੇ ਲਿਆਓ, ਇੰਨੀਆਂ ਮਾਚਸਾਂ ਲਿਆਓ। ਨਾ, ਮਾਚਸ ਇੱਕੋ ਤੀਲੀ ਕਾਫੀ ਏ, ਉਹ ਸਾਰੀਆਂ ਲੱਕੜਾਂ ਨੂੰ ਭਸਮ ਕਰ ਦੇਗੀ। ਜਿੰਨੇ ਮਰਜੀ ਪਾਪ ਨੇ, ਤੂੰ ਯੂ ਟਰਨ ਮਾਰ, ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਆਖ ਸਤਨਾਮ ਸ੍ਰੀ, ਸਾਰੇ ਪਾਪਾਂ ਦਾ ਨਾਸ਼। ਜਿਸ ਸਿਮਰਤ ਸਭ ਕਿਲ ਵਿਖ ਨਾਸੈ। ਔਰ ਇੱਕ ਹੋਰ ਗੱਲ, ਕਦੀ ਕਦੀ ਨਾ ਬੀਤ ਚੁੱਕੇ ਸਮੇਂ ਦੇ ਉੱਤੇ, ਗੁਜ਼ਰ ਚੁੱਕੇ ਪੂਰਵਜਾਂ ਦੇ ਉੱਤੇ ਯਾਦ ਆਉਂਦੀ ਹੈ। ਵਿਰਾਗ 'ਚ ਅਸੀਂ ਆ ਜਾਂਦੇ, ਅਸੀਂ ਕਹਿੰਦੇ ਹਾਂ ਖੂੰਡੀ ਨਹੀਂ ਜਾਂਦੀ, ਐਨਕ ਨਹੀਂ ਜਾਂਦੀ, ਮੰਜਾ ਨਹੀਂ ਜਾਂਦਾ, ਬਿਸਤਰਾ ਨਹੀਂ ਜਾਂਦਾ। ਸਚਾਈ ਇਹ ਕੁਝ ਵੀ ਨਹੀਂ ਜਾਂਦਾ, ਪਰ ਇੱਕ ਚੀਜ਼ ਬਾਪੂ ਅੱਜ ਦੱਸ ਰਹੇ ਨੇ ਜਾਂਦੀ ਜੇ। ਕੀ? ਜਿਸ ਸਿਮਰਤ ਸਭ ਕਿਲ ਬਿਖ ਨਾਸੈ, ਪਿਤਰੀ ਹੋਏ
ਤੁਸੀਂ ਕੱਢੋ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ, ਪਿਤਰ ਕੀ ਹੈ? ਸਾਡੇ ਗੁਜ਼ਰ ਚੁੱਕੇ ਬਜ਼ੁਰਗ। ਉਹਨਾਂ ਤੱਕ ਜੇ ਕੁਝ ਪਹੁੰਚਦਾ ਹੈ ਤੇ ਜਪਿਆ ਹੋਇਆ ਨਾਮ, ਪੜ੍ਹੀ ਹੋਈ ਬਾਣੀ। ਜੇ ਨਾਮ ਜਪ ਜਪ ਕੇ ਕਿਸੇ ਨੇ ਜੀਵਨ ਸਫਲ ਕਰ ਲਿਆ ਨਾ, ਤੇ ਕਹਿੰਦੇ ਉਹਦੇ ਪੂਰਵਜਾਂ ਦੇ ਨਾਲ ਉਦਾਰ ਹੋ ਸਕਦਾ ਹੈ। ਭਗਤ ਜਨਾ ਕੇ 21 ਕੁੱਲ ਉਦਾਰੇ, ਅੰਮ੍ਰਿਤ ਬਾਣੀ, ਬਾਹਰੋਂ ਨਹੀਂ ਕਿਤੇ। ਪਿਤਰੀ ਹੋਏ ਉਦਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਤੇ ਕਹਿ ਦਿੱਤਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜੈ ਹਰ ਸਿਮਰਨ ਪਿਆ, ਜਿਸ ਜਿਸ ਹਿਰਦੇ ਵਿੱਚ ਸਿਮਰਨ ਟਿਕ ਗਿਆ, ਤੈ ਉਪਾਦ ਗਤ ਕਿਨ, ਝਗੜੇ ਮੁੱਕ ਗਏ। ਪਰ ਵਡਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ, ਇਹ ਮਤ ਦੀਨੀ ਜਪ ਹਰ ਭਵਜਲ ਤਰਨਾ। हे ਮੇਰੀ ਮਾਂ, ਮੇਰੇ ਵਾਸਤੇ ਅਰਦਾਸ ਕਰ ਵੀ ਮੈਨੂੰ ਪ੍ਰਮਾਤਮਾ ਦਾ ਨਾਮ ਕਦੀ ਨਾ ਵਿਸਰੇ। ਹਜ਼ੂਰ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਮਹਾਰਾਜ ਕਹਿ ਰਹੇ ਨੇ, ਸਾਚਾ ਸਾਹਿਬ ਸਾਚ ਨਾਏ। ਉਹ ਜਿਹੜਾ ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਉਹ ਨਾਮ ਮਨੁੱਖ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ। ਔਰ ਜਿਹਦੇ ਹਿਰਦੇ ਵਿੱਚ ਨਾਮ ਟਿਕ ਜਾਂਦਾ ਹੈ, ਮਾਨੋ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਜਿਹੜੀ ਵਡਿਆਈ ਹੈ ਨਾ, ਉਹ ਅਸੀਂ ਜਿਤਨੀ ਮਰਜ਼ੀ ਕਹੀਏ ਉਹਨੂੰ ਅਸੀਂ ਮੁਕੰਮਲ ਨਹੀਂ ਕਹਿ ਸਕਦੇ। ਨਾਮ ਦੀ ਬੜੀ ਵਡਿਆਈ ਹੈ। ਆਖ ਥੱਕੇ, ਉਹਨੂੰ ਬਿਆਨ ਕਰ ਕਰਕੇ ਅਸੀਂ ਬਿਆਨ ਨਹੀਂ ਕਰ ਸਕਦੇ, ਥੱਕ ਸਕਨੇ ਆ। ਉਹਦੀ ਪੂਰੀ ਕੀਮਤ ਜਿਹੜੀ ਹੈ ਅਸੀਂ ਨਹੀਂ ਪਾ ਸਕਦੇ, ਭਾਵ ਇਹਦੀ ਬਹੁਤ ਜ਼ਿਆਦਾ ਕੀਮਤ ਹੈ। ਨਾਮ ਦਾ ਕੋਈ ਮੁੱਲ ਨਹੀਂ। ਸ਼ਾਇਦ ਇਹੀ ਕਾਰਨ ਹੈ ਵੀ ਬਾਣੀਕਾਰਾਂ ਨੇ ਇਹ ਵੀ ਲਿਖ ਦਿੱਤਾ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਵੀ ਕਹਿ ਦਿੱਤਾ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ। ਇੱਕ ਹੋਰ ਸ਼ਬਦ ਤੁਹਾਡੀ ਨਜ਼ਰ ਕਰਦੇ ਆ, ਨਾਮ ਦੀ ਵਿਸ਼ੇਸ਼ਤਾ ਦੇ ਬੇਅੰਤ ਸ਼ਬਦ ਨੇ, ਪਰ ਕੈਸੇ ਕੈਸੇ ਕ੍ਰਿਸ਼ਮੇ ਨਾਮ ਕਰ ਦਿੰਦਾ ਹੈ। ਬਚਨ ਸ਼ੁਰੂ ਹੁੰਦਾ ਖੱਟ ਕਰਮ, 1 2 3 4 5 ਤੇ 6 ਨੂੰ ਕੀ ਕਹਿੰਦੇ ਨੇ? ਖੱਟ। ਖੱਟ ਕਰਮੀ ਹੈ ਨਾ ਜਿਹੜਾ ਸਨਾਤਨ ਧਰਮ 'ਚ, ਉਹਦੀ ਬੜੀ ਇੱਜ਼ਤ। ਜਿਵੇਂ ਅੰਮ੍ਰਿਤਧਾਰੀ ਸਿੰਘ ਹੋਵੇ, ਅੰਮ੍ਰਿਤ ਵੇਲੇ ਉੱਠਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਸਿਮਰਨ ਸੇਵਾ ਕਰਦਾ ਹੋਵੇ, ਅਸੀਂ ਸਾਰੇ ਸਤਿਕਾਰ ਕਰਨੇ ਵੀ ਗੁਰਮੁਖ ਪਿਆਰੇ ਬੜੇ ਜੀਵਨ ਵਾਲੇ ਨੇ, ਅੰਮ੍ਰਿਤਧਾਰੀ ਕਰਨੇ ਆ ਨਾ। ਇਸ ਤਰ੍ਹਾਂ ਸਨਾਤਨ ਧਰਮ 'ਚ ਖੱਟ ਕਰਮੀ ਦਾ ਬੜਾ ਸਤਿਕਾਰ ਹੈ। ਲਿਖਿਆ ਖੱਟ ਕਰਮ ਕੁੱਲ ਸੰਯੁਗਤ ਹੈ, ਚੰਗੀ ਕੁੱਲ 'ਚ ਉਹਦਾ ਜਨਮ ਹੋਇਆ, ਚੰਗੇ ਖਾਨਦਾਨ 'ਚ ਜਨਮ ਹੋਇਆ, ਔਰ ਖੱਟ ਕਰਮੀ ਵੀ ਹੈ। ਪਰ ਮਾਈਨਸ ਗੱਲ ਕੀ ਹੈ? ਹਰ ਭਗਤ ਹਿਰਦੇ ਨਾ ਹੈ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ। ਇਹਨੂੰ ਮੈਂ ਐਕਸਪਲੇਨ ਕਰ ਰਿਹਾ ਤੁਹਾਡੇ ਤੋਂ ਆਗਿਆ ਲੈ ਕੇ। ਖੱਟ ਕਰਮ ਕੁੱਲ ਸੰਯੁਗਤ ਹੈ, ਖੱਟ ਕਰਮੀ ਹੈ, ਚੰਗੇ ਖਾਨਦਾਨ 'ਚ ਜਨਮ ਹੋਇਆ, ਪਰ ਹਰ ਭਗਤ ਹਿਰਦੇ ਨਾਹੇ, ਭਗਤੀ ਨਹੀਂ ਕਰਦਾ। ਚਰਨਾਰ ਬਿੰਦ, ਚਰਨ ਜਮਾ ਅਰਬਿੰਦ, ਅਰਬਿੰਦ ਕਮਲ, ਵਾਗਰੂ ਦੇ ਚਰਨ ਕਮਲ, ਚਰਨਾਰ ਬਿੰਦ ਨਾ ਕਥਾ ਪਾਵੇ। ਵਾਗਰੂ ਦੀ ਕਥਾ ਚੰਗੀ ਨਹੀਂ ਲੱਗਦੀ। ਸੁਪਚ ਤੁਲ ਸਮਾਨ, ਸੁਪਚ ਤੁਸੀਂ ਕਿਤੇ ਕੱਢੋ ਡਿਕਸ਼ਨਰੀ, ਤੇ ਬਹੁਤ ਨੀਚ ਕਰਮ ਕਰਨ ਵਾਲਾ ਵਿਅਕਤੀ, ਕੁੱਤੇ ਤੱਕ ਮਾਰ ਕੇ ਖਾ ਜਾਣ ਵਾਲਾ ਵਿਅਕਤੀ। ਸੁਪਚ ਤੁਲ ਸਮਾਨ ਲਿਖਿਆ, ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲਮੀਕ ਕਹਿ ਦੇਖ। ਐ ਮੇਰੇ ਅਚੇਤ ਮਨ, ਤੂੰ ਬਾਲਮੀਕ ਵੱਲ ਕਿਉਂ ਨਹੀਂ ਦੇਖਦਾ? ਕਿ ਜਾਤ ਤੇ ਕਿ ਪਦੇ ਅਮਰੇ। ਗੁਰਮਤ ਵਿੱਚ ਤੇ ਕੋਈ ਜਾਤ ਨੀਵੀਂ ਉੱਚੀ ਨਹੀਂ, ਪਰ ਲੋਕਾਂ ਮੁਤਾਬਕ ਉਹਦੀ ਜਾਤ ਨੀਵੀਂ ਸੀ, ਅਖੌਤੀ ਨੀਵਾਂ ਸੀ। ਕੁਝ ਲੋਕ ਇਹਨਾਂ ਗੱਲਾਂ ਨੂੰ ਇਸ਼ੂ ਬਣਾ ਦਿੰਦੇ ਨੇ, ਇਸ ਲਈ ਮੈਂ ਅਖੌਤੀ ਨੀਵਾਂ ਸ਼ਬਦ ਵਰਤ ਰਿਹਾ। ਕਿਹਾ ਜਾਣ ਵਾਲਾ ਸਿਰਫ ਨੀਵਾਂ, ਵਾਸਤਵ ਚ ਨੀਵਾਂ ਨਹੀਂ। ਲੋਕਾਂ ਦੀ ਦ੍ਰਿਸ਼ਟੀ ਚ ਉਹ ਅਖੌਤੀ ਨੀਵਾਂ। ਕਿ ਜਾਤ ਤੇ ਕਿ ਪਦੈ ਅਮਰਿਓ, ਕਿਸ ਜਾਤ ਤੋਂ ਕਿੱਡੀ ਉੱਚੀ ਪਦਵੀ ਦੇ ਉੱਤੇ ਪਹੁੰਚ ਗਿਆ। ਲੋਕੀ
वाल्मीकि बाद च कहते ने, महर्षि पहला कहते। और जीवन भी बड़ा है, ये सोचिए ना, एक होर पहलू है। जंगल बियाबान, उस बियाबान जंगल दे विच ਉਹਦੇ ਕੋਲ ਇੱਕ ਲੜਕੀ ਸ਼ਰਨ ਲੈਂਦੀ, ਭਾਵੇਂ ਉਹ ਸਤਿਕਾਰ ਤੇ ਬਹੁਤ, ਜਿਨ੍ਹਾਂ ਨੂੰ ਸਤਿਕਾਰ ਨਾਲ ਸਨਾਤਨੀ ਵੀਰ ਜਿਹੜੇ ਨੇ ਮਾਤਾ ਸੀਤਾ ਕਹਿੰਦੇ ਨੇ, ਔਰ ਉਹ ਆਪਣੇ ਆਪ ਨੂੰ ਉੱਥੇ ਨਾ ਸਿਰਫ ਮਹਿਫੂਜ਼ ਸਮਝਦੀ ਏ, ਉਹ ਸੱਚਮੁੱਚ ਮਹਿਫੂਜ਼ ਹੈ। ਕਿੱਡਾ ਜ਼ਬਰਦਸਤ ਕਰੈਕਟਰ ਹੈ ਜੀ, ਕਹਿਣਾ ਬੜਾ ਆਸਾਨ ਹੈ, ਸੁਣਨਾ ਵੀ ਬਹੁਤਾ ਔਖਾ ਨਹੀਂ। ਕਿਤਨਾ ਜ਼ਬਰਦਸਤ ਕਰੈਕਟਰ ਹੈ। ਬਿਆਬਾਨ ਜੰਗਲ ਹੈ, ਉਹਦੇ ਵਿੱਚ ਇੱਕ ਲੜਕੀ ਹਾਲਾਤ ਦੀ ਮਾਰੀ ਹੋਈ ਉਹਦੀ ਸ਼ਰਨ ਲੈਂਦੀ ਏ, ਔਰ ਉਸ ਵਿਅਕਤੀ ਦਾ ਕੈਸਾ ਕਰੈਕਟਰ ਹੋਵੇਗਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ ਕਿ ਜਾਤ ਤੇ ਕਿ ਪਦੈ ਅਮਰਿਓ ਰਾਮ ਭਗਤ ਵਿਸ਼ੇਕ। ਇਹ ਵਾਹਿਗੁਰੂ ਦੀ ਭਗਤੀ ਦੀ ਵਿਸ਼ੇਸ਼ਤਾ ਨਹੀਂ ਤੇ ਹੋਰ ਕੀ ਹੈ? ਇੱਕ ਵਾਰੀ ਕਹਿ ਦਿਓ, ਸਤਨਾਮ ਸ੍ਰੀ। ਸਵਾਨ 70 ਕੁੱਤਿਆਂ ਦਾ ਵੈਰੀ, ਆਜ਼ਾਦ ਸਭ ਤੇ ਸਭ ਤੋਂ ਨੀਵੀਂ ਜਾਤ, ਪਰ ਕ੍ਰਿਸ਼ਨ ਲਾਵੇ ਹੇਤ ਲੋਕ ਬਪਰਾ ਕਿਆ ਸਰਾ ਹੈ। 3 ਲੋਕ ਪ੍ਰਵੇਸ਼, ਅਜਾਮਲ, पिंगुला, लुबद, कुंचर गए किथे? हर के पास। ऐसे दुर्मत निस्तरे तू क्यों ना तरे। रविदास। हर 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 हरे, जदों इको शब्द 5 6 7 बार आ जाए ना, फिर ये उच्चारण का तरीका भी 2 बार कहना है। हर 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 हर, ते जेड़ा 2 बार हर ते 1 बार हरे वे, इन्हां तिन्नियां नूं फिर इकट्ठे कहना है। हर हर हरे, हर सिमरत जन गए निस्तर तरे। हर के नाम कबीर उजागर, जन्म जन्म के काटे कागर। निमत नाम दो दूध पियाया, तो जग जन्म संकट नहीं आया। जन रविदास राम रंग राता, यूं गुर प्रसाद नरक नहीं जाता। साचे नाम की तिल वडियाई, आख थके कीमत नहीं पाई। जे सब मिल के आखण पाहे, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਇਕੱਠੇ ਹੋ ਕੇ ਕਹਿਣ ਵੀ ਪ੍ਰਮਾਤਮਾ ਬੜਾ ਵੱਡਾ ਹੈ, ਤੇ ਜੋ ਅਸਤਿਤਵ ਵਿੱਚ ਉਹ ਹੈ ਉਹਦੇ ਨਾਲੋਂ ਵੱਡਾ ਨਹੀਂ ਹੋ ਜਾਂਦਾ। ਸਾਡੇ ਵੱਡਾ ਕਹਿਣ ਨਾਲ ਉਹ ਵੱਡਾ ਨਹੀਂ ਹੁੰਦਾ। ਔਰ ਜੇ ਅਸੀਂ ਰਿਵਰਸ ਗੇਅਰ ਲਾ ਲਈਏ, ਉਹਨੂੰ ਛੋਟਾ ਕਹਿਣਾ ਸ਼ੁਰੂ ਕਰ ਦਈਏ, ਤੇ ਸਾਡੇ ਕਹਿਣ ਨਾਲ ਉਹ ਛੋਟਾ ਵੀ ਨਹੀਂ ਹੋ ਜਾਂਦਾ। ਪਰ ਇੱਕ ਗੱਲ ਇੱਥੇ ਸਮਝਣ ਵਾਲੀ ਹੈ, ਅਸੀਂ ਉਹਨੂੰ ਵੱਡਾ ਹੀ ਕਹਿਣਾ ਹੈ। ਅਸੀਂ ਕਹਿਣਾ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ। ਕਿਉਂ? ਤੇ ਤੁਸੀਂ ਵਿਚਾਰ ਸੁਣ ਕੇ ਆਏ ਹੋ, ਸਾਲਾਹੀ ਸਾਲਾਹ ਸਲਾਉਣ ਯੋਗ ਅਕਾਲ ਪੁਰਖ ਦੀ ਸਿਫਤ ਕਰਦਿਆਂ ਕਰਦਿਆਂ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਬੰਗਾਲ ਦੀ ਖਾੜੀ ਵਿੱਚ ਗੰਗਾ ਡਿੱਗਦੀ ਏ ਜਾ ਕੇ ਗੰਗੋਤਰੀ ਤੋਂ ਯਾਤਰਾ ਕਰਦੀ ਕਰਦੀ, ਪਰ ਬਾਹਰ ਨਿਕਲ ਕੇ ਨਹੀਂ ਦੱਸਦੀ ਵੀ ਹਿੰਦ ਮਹਾਸਾਗਰ ਇਤਨਾ ਲੰਬਾ, ਇਤਨਾ ਚੌੜਾ, ਇਤਨਾ ਡੂੰਘਾ, ਮਿੱਠਾ ਜਾਂ ਖਾਰਾ। ਉਹ ਹਿੰਦ ਮਹਾਸਾਗਰ ਦਾ ਹਿੱਸਾ ਬਣ ਜਾਂਦੀ, ਅਪੇਤ ਹੋ ਜਾਂਦੀ ਏ। ਇਹਨੂੰ ਉਰਦੂ ਵਾਲੇ ਕਹਿੰਦੇ ਹਲੂਲ ਹੋ ਜਾਣਾ। ਹਲੂਲ ਤੋਂ ਮਕਸਦ ਕੀ ਹੈ? ਜਿਸ ਤਰ੍ਹਾਂ ਅਸੀਂ ਕਿਸੇ ਸਰੋਵਰ 'ਚ ਪਾਣੀ ਦੀ ਬਾਲਟੀ ਡੋਲ ਦਿੱਤੀ ਤੇ ਕੋਈ ਸਾਨੂੰ ਗਿਆਨੀ ਵਿਗਿਆਨੀ ਮਨੋਵਿਗਿਆਨੀ ਕਹੇ ਵੀ ਉਹ ਪਾਣੀ ਦੀ ਬਾਲਟੀ ਕੱਢ ਕੇ ਲਿਆਓ, ਇਹ ਨਹੀਂ ਹੋ ਸਕਦਾ। ਅਸੀਂ ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾ ਦਈਏ, ਹੁਣ ਸਾਰੀ ਦੁਨੀਆ ਦੇ ਸਾਇੰਸਦਾਨ ਇਕੱਠੇ ਕਰੋ ਵੀ ਇਹਨੂੰ ਦੁਬਾਰਾ ਦੁੱਧ ਬਣਾਓ ਨਾ, ਮੱਖਣ ਤੇ ਬਣ ਜਾਏਗਾ, ਹੁਣ ਦੁੱਧ ਨਹੀਂ ਬਣੇਗਾ। ਅਗਾਂਹ ਯਾਤਰਾ ਹੋ ਸਕਦੀ, ਰਸਾਇਣਕ ਕਿਰਿਆ ਵਾਪਰ ਕੇ ਅੱਗੇ ਪਿੱਛੇ ਨਹੀਂ ਆ ਸਕਦਾ। ਹਲੂਲ ਹੋ ਗਈ ਗੰਗਾ, ਬਾਹਰ ਨਿਕਲ ਕੇ ਇਹ ਨਹੀਂ ਦੱਸਦੀ ਵੀ ਸਮੁੰਦਰ ਕਿੰਨਾ ਡੂੰਘਾ। ਪਰਮਾਤਮਾ ਨੂੰ ਵੱਡਾ ਕਹਿਣ ਵਾਲੇ ਉਹਦਾ ਅੰਤ ਨਹੀਂ ਪਾ ਸਕਦੇ, ਜਪਣ ਵਾਲੇ ਉਹਦਾ ਅੰਤ ਨਹੀਂ ਲੈ ਸਕਦੇ। ਜਪਦੇ ਜਪਦੇ ਉਹਦੇ ਵਿੱਚ ਅਭੇਦ ਜ਼ਰੂਰ ਹੋ ਸਕਦੇ ਨੇ। ਸਾਲਾਹੀ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇਂ ਸਮੁੰਦ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸਾਤੀ ਮਾਲਤਾਨ। ਇੱਕ ਬੰਦਾ ਬੜਾ ਅਮੀਰ ਹੈ ਪਰ ਉਹਦੇ ਪੱਲੇ ਨਾਮ ਨਹੀਂ, ਇੱਕ ਬੜਾ ਗਰੀਬ ਹੈ ਉਹਦੇ ਪੱਲੇ ਨਾਮ ਹੈ। ਉਹਦੀ ਤੁਲਨਾ ਕਰਕੇ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ, ਕੀੜੀ ਤੋਲਣਾ ਹੋਣੀ ਜੇ ਤਿਸ ਮਨੋ ਨਾ ਵਿਸਰੈ, ਤਨੀ ਵੀ ਹੋਣਾ ਪਾਟ ਪਟੰਬਰ। ਤਨੀ ਵੀ ਹੋਣਾ, ਰੱਬ ਦਾ ਨਾਮ ਕੋਲ ਕੋਨੀ, ਕੱਪੜੇ ਰੇਸ਼ਮ ਦੇ ਨੇ, ਖੀਸੇ 'ਚ ਰੁਪਈਏ ਵੀ ਬੜੇ ਨੇ। ਤਨੀ ਵੀ ਹੋਣਾ ਪਾਟ ਪਟੰਬਰ, ਲਿਖਿਆ ਭਾਹੀ ਸੇਤੀ ਜਾਲੇ, ਅੱਗ ਲਾ ਕੇ ਸਾੜ ਦਿਓ ਸਭ ਕੁਛ। ਤੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈਂ ਸ਼ਹਿ ਨਾਲੇ।
ਇੱਕ ਧੂੜ ਵਿੱਚ ਲੇਟ ਰਿਹਾ ਹੈ, ਪਰ ਨਾਮ ਜਪਦਾ ਹੈ, ਉਹ ਰੇਸ਼ਮੀ ਕੱਪੜਿਆਂ ਵਾਲਿਆਂ ਨਾਲੋਂ ਕਿਤੇ ਚੰਗਾ ਹੈ। ਗਰਦ ਆਲੂਦ जिशम जोशो अधम चेहरे पर कोई राह रो है जिसे जुस्तजू है मंजिल की। चेहरा लिबड़िया ते बड़िया, कपड़े फटे पुराने ने, पर चेहरे दे उत्ते एक रौनक है। पुलांग ना सिर्फ लंबी है, चुस्त है, वेखण वालियां नूं पता है भी ये राह रो किसे मंजिल ते पहुंचण दा अबलाखी है, ये पहुंच जाएगा। ते जिहड़ा रोड़ियां नूं ठुड्डे मारदा जे वो कित्थे अपड़ेगा। रोंदे जाण ते मोयां दीयां खबरां लिआउण। ਇਹਦੇ ਨਾਲ ਕੋਈ ਸਰੋਕਾਰ ਨਹੀਂ ਸਪਿਰਚੁਅਲ ਐਂਗਲ ਦਾ ਵੀ ਉਹਦੇ ਕੋਲ ਦੁਨਿਆਵੀ ਧਨ ਕਿਤਨਾ ਹੈ, ਉਹਦੇ ਅੰਦਰ ਟਾਂਗ ਕਿਸ ਤਰ੍ਹਾਂ ਦੀ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ। ਸਾਡੇ ਵੱਡਾ ਕਹਿਣ ਨਾਲ ਉਹ ਵੱਡਾ ਨਹੀਂ ਹੁੰਦਾ, ਸਾਡੇ ਛੋਟਾ ਕਹਿਣ ਨਾਲ ਉਹ ਛੋਟਾ ਨਹੀਂ ਹੁੰਦਾ, ਪਰ ਜਿਹੜੇ ਉਹਨੂੰ ਵੱਡਾ ਕਹਿੰਦੇ ਨੇ ਉਹ ਉਹਨਾਂ ਨੂੰ ਵੱਡਿਆਂ ਕਰ ਦਿੰਦਾ। ਜਿਹੜੇ ਉਹਦੀ ਸਿਫਤ ਕਰਦੇ ਨੇ ਉਹ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ। ਉਸ ਅਕਾਲ ਪੁਰਖ ਦੀ ਇੱਕ ਹੋਰ ਸਿਫਤ ਹੈ ਵੀ ਉਹਦਾ ਅੰਤ ਕੋਈ ਨਹੀਂ ਹੁੰਦਾ। ਸਾਡਾ ਸਾਰਿਆਂ ਦਾ ਆਦ ਵੀ ਹੈ, ਸਾਡਾ ਸਾਰਿਆਂ ਦਾ ਅੰਤ ਵੀ ਹੈ। परमात्मा का कोई अंत नहीं, क्योंकि उसका जन्म ही नहीं, और जिसका जन्म नहीं उसकी मौत भी नहीं। शोक उदों हुंदा जदों कोई मरदा, वो मरदा ही नहीं, इस वास्ते शोक का भी कोई मतलब नहीं। हरख अनंत शोक नहीं बिया, सो कर गुरु नानक को दिया। उत्थे कोई शोक नहीं, उत्थे कोई, क्योंकि जिहड़ा काल है ना, मौत नूं काल भी कहिंदे ने, काल समय नूं भी कहिंदे ने। काल पाए ब्रह्मा बप तरा, समा पा के ब्रह्मे ने शरीर धारण किया। काल पाए शिवजू अवतरा, समा पा के शिवजी ने। अवतर शब्द जिहड़ा है ना, इहदे अर्थ जन्म हुंदे ने। अवतार शब्द जिहड़ा है इहदे अखरी अर्थ ने जन्म। ये कोई बहुत ज़्यादा सत्कारत शब्द नहीं, मैनूं खिमा करना। ਤੁਸੀਂ ਕਹਿੰਦੇ ਹੋ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ, ਭਲੇ ਪੁਰਸ਼ ਦੀ ਨਿੰਦਾ ਕਰਨ ਨਾਲ ਪਰਤ ਪਰਤ ਕੇ ਜਨਮ ਲੈਣਾ ਪੈਂਦਾ ਹੈ, ਮਰਨਾ ਪੈਂਦਾ ਹੈ। अवतर आए कहाँ तुम कीना, राम को नाम ना कब हूं लीना। काल पाए ब्रह्मा बाप तरा, काल पाए शिवजू अवतरा, काल पाए कर बिसन प्रकाशा, सकल काल का किया तमाशा। पर जिहड़ा काल है ना, ये अकाल ने बनाया है, इसलिए काल दा अकाल दे उत्ते कोई जोर नहीं चलता। अमृत बाणी दा फरमान है, काल अकाल खसम का कीना। पहला काल, फिर अकाल, फिर खसम, फिर का, फिर कीना। काल अकाल खसम का कीना, ये मौत भी उस अकाल पुरख की बनाई हुई है। इसलिए अकाल पुरख के उत्ते समय का कोई प्रभाव नहीं और मौत का भी कोई प्रभाव नहीं। ना वो मरे ना होवे शोक, वो मरदा नहीं, इसलिए शोक भी नहीं होता। वो अकाल पुरख वैगुरु इसलिए बाणी सानू प्रेरणा करती है भी सो गुर करो जे बौर ना करना, सो पद रवो जे बौर ना रवना, सो ध्यान धरो जे बौर ना धरना। ओनू गुरु बनाओ जिहड़ा परत के दोबारा कोई गुरु बनाना ही नहीं। ते शरीर वाला तो जिहड़ा भी गुरु है खिमा करना, ओनू एक दिन मरना पैना है। जे कोई जुगो जुग अटाले तो धन श्री गुरु ग्रंथ साहिब महाराज जी ने। ना वो मरे ना होवे शोक, देंदा रहे, वो रिजक देंदा रहिंदा है। भोग दे अर्थ ने वरतन, ਉਹਦੇ ਕੋਲੋਂ ਵਸਤੂਆਂ ਲੈ ਲੈ ਕੇ ਅਸੀਂ ਵਰਤਨੇ ਆ, ਉਹ ਚੁੱਕਦੀਆਂ ਨਹੀਂ, ਭਾਵ ਮੁੱਕਦੀਆਂ ਨਹੀਂ ਗੀਆਂ। ਉਹਦੇ ਖਜ਼ਾਨੇ ਜਿਹੜੇ ਨੇ ਉਹ ਬੇਅੰਤ ਹਨ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹਦੀ ਇੱਕ ਹੋਰ ਖੂਬੀ ਹੈ। ਗੁਣ ਇਹੋ ਦੇ ਅਰਥ ਨੇ ਵੀ ਇੱਕ ਹੋਰ ਉਹਦੀ ਖੂਬੀ ਹੈ, ਖਾਸ ਖੂਬੀ ਹੈ ਕਿ ਉਹਦੇ ਵਰਗਾ ਨਾ ਕੋਈ ਹੈ ਤੇ ਨਾ ਕੋਈ ਹੋਵੇਗਾ। यही कारण है भी जदों हज़रत मुहम्मद साहब की गल चलती है, ईसा साहब की गल चलती है, मूसा साहब की गल चलती है, बुद्ध की गल चलती है, वासुदेव किशन की गल चलती है,
ਮਰਿਆਦਾ ਪੁਰਸ਼ੋਤਮ ਰਾਮਚੰਦਰ ਦੀ ਗੱਲ ਚੱਲਦੀ ਹੈ ਉੱਥੇ ਤੇ ਅਸੀਂ ਐਕਸੈਪਟ ਕਰ ਲੈਂਦੇ ਆ, ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਆਉਂਦੀ ਉਦੋਂ ਕਈ ਮੇਰੇ ਵਰਗੇ ਕਹਿ ਦਿੰਦੇ ਨੇ ਨਹੀਂ ਜੀ, ਬਾਣੀ 'ਚ ਲਿਖਿਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇੱਕ ਗੱਲ ਸਮਝ ਲੈਣਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਕਿਤੇ ਕਿਤੇ ਬਾਣੀਕਾਰਾਂ ਨੇ ਕਹਿ ਦਿੱਤਾ ਵੀ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਪਰ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਵੀ ਜਿਹੜਾ ਮਾਂ ਦੇ ਉਦਰ ਰਾਹੀਂ ਜਨਮ ਲੈ ਕੇ ਪ੍ਰਿਥਵੀ ਤੇ ਆ ਰਿਹਾ ਉਹ ਹੋਰ ਕੁਝ ਵੀ ਹੋਵੇ ਉਹ ਪ੍ਰਮਾਤਮਾ ਨਹੀਂ ਹੋ ਸਕਦਾ। ਇਹ ਗੱਲ ਸਾਨੂੰ ਸੰਗੋਂ ਥੱਲੇ ਨਹੀਂ ਲੱਗਦੀ। ਇੱਥੇ ਫਿਰ ਸਾਨੂੰ ਆ ਜਾਂਦਾ ਵੀ ਜਿਹੜਾ ਆ ਗਿਆਨੀ ਹੈ ਨਾ ਇਹਦੀ ਗੁਰੂ 'ਚ ਸ਼ਰਧਾ ਨਹੀਂ ਗੁਰਮੁਖੋ, ਸਿਧਾਂਤ ਜਿਹੜੇ ਨੇ ਉਹਨਾਂ ਦੇ ਉੱਤੇ ਖੜਨਾ, ਉਹਨਾਂ ਨੂੰ ਫੋਲੋ ਕਰਨਾ, ਉਹਨਾਂ ਨੂੰ ਪ੍ਰਚਾਰਨਾ ਬੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਬੇਸ ਹੈ ਸਾਡੇ ਸਿੱਖੀ ਦੇ ਵਿਚਾਰਧਾਰਾ ਦਾ। ਗੁਰੂ ਕੋਲ ਸਾਰੀਆਂ ਤਾਕਤਾਂ ਨੇ, ਨਿਰੰਕਾਰ ਨੇ ਆਪਣਾ ਸਾਰਾ ਕੁਝ ਉਹਨੂੰ ਜਿਤਾ ਦਿੱਤਾ, ਦੇ ਦਿੱਤਾ, ਪਰ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਕੋਈ ਜੋਨ ਵਿੱਚ ਆ ਕੇ ਮਨੁੱਖ ਬਣ ਕੇ ਵਾਹਿਗੁਰੂ ਦਾ ਪਿਆਰਾ ਬਣ ਕੇ ਧਰਤੀ ਤੇ ਆ ਗਿਆ, ਕੋਈ ਕਵੇ ਆ ਰੱਬ ਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਹਿਣ ਤੋਂ ਪਹਿਲਾਂ ਇਸ ਮੂੰਹ ਨੂੰ ਅੱਗ ਲੱਗ ਜਾਣੀ ਚਾਹੀਦੀ ਸੀ। ਅੱਗ ਕਿਉਂ ਨਾ ਲੱਗੀ ਇਸ ਮੂੰਹ ਨੂੰ? ਹੁਣ ਇਹਨੂੰ ਥੋੜਾ ਜਿਹਾ ਸਮਝਿਆ ਜੀ। ਸ਼ੁਰੂ 'ਚ ਇਹ ਗੱਲ ਅੰਦਰਲਾ ਐਕਸੈਪਟ ਨਹੀਂ ਕਰਦਾ, ਪਰ ਸੱਚ ਇਹ ਹੀ ਹੈ। ਉਹਦੇ ਵਰਗਾ ਸਿਰਫ ਉਹ ਹੀ ਹੈ, ਨਾ ਕੋਈ ਹੋਇਆ ਹੈ ਨਾ ਹੋਵੇਗਾ। ਆਖੋ ਗੁਣ ਇਹੋ ਹੋਰ ਨਾਹੀ ਕੋਇ, ਗੁਣ ਇਹੋ ਹੋਰ ਨਾਹੀ ਕੋਇ, ਗੁਣ ਇਹੋ ਹੋਰ ਨਾਹੀ ਕੋਇ, ਗੁਣ ਇਹੋ ਹੋਰ ਨਾਹੀ ਕੋਇ। ਕਿਹੜਾ ਗੁਣ? ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ। ਜਪੋ ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ। ਕਹੋ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਕਿਹਦੇ ਨਾਲ ਤੇਰੀ ਤੁਲਨਾ ਕਰਾਂ, ਕਿਉਂਕਿ ਤੇਰੇ ਵਰਗਾ ਦੂਜਾ ਪੂਰੇ ਬ੍ਰਹਿਮੰਡ 'ਚ ਹੈ ਹੀ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਉਹ ਆਪ ਏ ਓਡੀਆਂ ਹੀ ਵੱਡੀਆਂ ਉਸ ਦੀਆਂ ਬਖਸ਼ਾਂ ਹਨ। ਜਿਨ ਦਿਨ ਕਰਕੇ ਕੀਤੀ ਰਾਤ, ਜਿਸ ਪ੍ਰਮਾਤਮਾ ਨੇ ਦਿਨ ਬਣਾਏ ਔਰ ਰਾਤਾਂ ਬਣਾਈਆਂ। ਖਸਮ ਵਿਸਾਰ ਹੈ ਤੇ ਕਮ ਜਾਤ, ਜਾਤ ਔਰ ਕਮਜ਼ਾਤ, ਉੱਚੀ ਜਾਤ ਔਰ ਨੀਵੀਂ ਜਾਤ। ਵੈਸੇ ਇਹਦਾ ਬਹੁਤਾ ਰੌਲਾ ਰੱਪਾ ਤੇ ਸਾਡੇ ਹਿੰਦੁਸਤਾਨ ਵਿੱਚ ਹੀ ਹੈ। ਮੈਨੂੰ ਵਿਦੇਸ਼ਾਂ ਜਾਣ ਦਾ ਮੌਕਾ ਮਿਲਿਆ ਹੈ, ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬਹੁਤ ਘੱਟ ਛੱਡ ਕੇ। ਪਰ ਬਾਣੀਕਾਰਾਂ ਦੀ ਦ੍ਰਿਸ਼ਟੀ 'ਚ ਉੱਚੀ ਜਾਤ ਕਿਹਦੀ ਹੈ ਤੇ ਨੀਵੀਂ ਜਾਤ ਕਿਹਦੀ ਹੈ, ਜਰਾ ਇਹ ਵੀ ਸਮਝ ਲਈਏ। ਜਿਹੜਾ ਰੱਬ ਨੂੰ ਵਿਸਾਰ ਦਿੰਦਾ ਹੈ ਉਹਦੀ ਨੀਵੀਂ ਜਾਤ, ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਜਨਮ ਜਾਤ ਨਾ ਪੁੱਛੀਐ, ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਖਸਮ ਵਿਸਾਰੈ ਤੇ ਕਮਜ਼ਾਤ। ਜਿਹੜਾ ਰੱਬ ਨੂੰ ਵਿਸਾਰ ਦਿੰਦਾ ਹੈ ਉਹ ਨੀਚ ਹੈ, ਉਹ ਕਹੀ ਜਾਂਦੀ ਨੀਵੀਂ ਜਾਤ ਦਾ ਹੈ। ਜੀਓ। ਨਾਨਕ ਨਾਵੈ ਬਾਜ ਸਨਾਤ। ਹਜ਼ੂਰ ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਨੇ, ਹੇ ਭਾਈ ਨਾਵੇਂ ਬਾਜ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਨਾਤ, ਉਹ ਨੀਵੀਂ ਜਾਤ ਵਾਲਾ। ਇੱਕ ਤਾਂ ਤੇ ਹਜ਼ੂਰ ਦਾ ਬਚਨ ਹੈ, ਜਾਤ ਕੁਲੀਨ ਸੇਵਕ ਜੇ ਹੋਏ। ਅਖੌਤੀ ਜਾਤਾਂ, ਕਿਸੇ ਦੀ ਨੀਵੀਂ ਕਿਸੇ ਦੀ ਉੱਚੀ। ਮਰਦ ਕਹਿੰਦੇ ਨਾਰਾਜ਼ ਕੋਈ ਵੀ ਨਾ ਹੋਵੇ, ਸਾਰੇ ਨਾਮ ਜਪਣ। ਆਖਣ ਲੱਗੇ ਕੋਈ ਕਹੀ ਜਾਂਦੀ ਉੱਚੀ ਜਾਤ ਜਨਮ ਲੈ ਕੇ ਨਾਮ ਜਪੇ, ਕਿਆ ਬਾਤ ਹੈ। ਆ ਮੇਰੀ ਕਿਆ ਬਾਤ ਦਾ ਵੀ ਕਈ ਗੁੱਸਾ ਕਰਦੇ ਨੇ, ਕਹਿੰਦੇ ਉਹ ਕਿਆ ਬਾਤ ਬੜੀ ਕਹਿੰਦਾ। ਉਹ ਕਈ ਵਾਰ ਕੋਈ ਗੱਲ ਗੁੱਲ ਕਰੇ ਨਾ, ਡਿਸਟਰਬੈਂਸ ਕਰੇ, ਤੇ ਮੈਂ ਕਈ ਵਾਰ ਕਹਿ ਦੇਣਾ ਵੀ ਕਿਆ ਬਾਤ ਹੈ। ਹਜ਼ੂਰ ਕਹਿੰਦੇ ਜਾਤ ਕੁਲੀਨ ਸੇਵਕ ਜੇ ਹੋਏ
ਤਾਂ ਕਿ ਕਹਿਣੇ ਕਹੋ ਨਾ ਕੋਈ, ਉਹਨੂੰ ਤਾਂ ਕਹੋ ਕਿਆ ਬਾਤ ਹੈ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਨੀਆਂ ਪਹਿਰੇ ਸੋਏ। ਕੋਈ ਕਹੀ ਜਾਂਦੀ ਨੀਵੀਂ ਜਾਤ ਚ ਸੇਵਕ ਜੰਮ ਪਏ, ਨਾਮ ਜਪੇ, ਮੈਂ ਘੱਟੋ ਘੱਟ ਉਹਦੀ ਸੇਵਾ ਕਰਾਂ, ਬਈ ਮੈਂ ਆਪਣੀ ਖੱਲ ਖਿੱਚ ਕੇ ਤੇ ਕਿਸੇ ਮੋਚੀ ਨੂੰ ਦੇ ਕੇ ਆਖਾਂ ਵੀ ਬਣਾ ਮੋਜੇ ਬਣਾ ਜੋੜੇ, ਤੇ ਇਸ ਗੁਰਮੁਖ ਪਿਆਰੇ ਦੇ ਚਰਨਾਂ ਦੇ ਵਿੱਚ ਮੇਰੇ ਖੱਲ ਦੇ ਮੋਜੜੇ ਪਾ ਦੇ। ਔਰ ਭਾਈ ਗੁਰਦਾਸ ਨੇ ਸੇਧ ਲੈ ਕੇ ਕਹਿ ਦਿੱਤਾ ਵੀ ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਂਦੇ, ਓਏ ਮਸਤਕ ਲੱਗੈ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਨੀਆਂ ਪਹਿਰੇ ਸੋਏ। ਨਾਨਕ ਨਾਵੇਂ ਬਾਝ ਸਨਾਤ, ਬਈ ਜਿਨ੍ਹਾਂ ਨੂੰ ਨਾਮ ਖੁੰਝ ਜਾਂਦਾ ਹੈ, ਜਿਨ੍ਹਾਂ ਨੂੰ ਨਾਮ ਭੁੱਲ ਜਾਂਦਾ ਹੈ, ਅਸਲ ਵਿੱਚ ਉਹ ਨੀਵੀਂ ਜਾਤ ਵਾਲੇ ਨੇ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਇਸ ਵਾਸਤੇ ਸੇਵਾਦਾਰ ਗੁਰਮਤਿ ਵਿਚਾਰਾਂ ਨੂੰ ਇੱਥੇ ਹੀ ਸੰਕੋਚਨ ਦੀ ਆਗਿਆ ਚਾਹੁੰਦਾ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ। ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ